ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 417 ਤੋਂ ਲੈ ਕੇ 418 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ। ਅੱਜ ਰਾਗ ਆਸਾ ਵਿੱਚ ਹੈ ਜੀ, ਅਸ਼ਟਪਦੀਆਂ ਨੇ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਸੰਗਤ ਜੀ ਵਾਹਿਗੁਰੂ ਜੀ। ਰਾਗ ਆਸਾ ਮਹੱਲਾ ਪਹਿਲਾ। ਅਸ਼ਟਪਦੀਆਂ ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ। ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੈ ਤੂੜ। ਮਹਿਲਾਂ ਅੰਦਰ ਹੋਦੀਆਂ ਹੁਣ ਬਹਿਣ ਨਾ ਮਿਲਣ ਹਦੂਰ। ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨ ਪਾਇਆ। ਕਰ ਕਰ ਦੇਖੈ ਵੇਸ ਰਹਾਓ। ਹਾਂਜੀ ਸੰਗਤ ਜੀ, ਇਸ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੈਦਪੁਰ, ਪਹਿਲਾ ਨਾਂ ਸੈਦਪੁਰ, ਹੁਣ ਉਹਨੂੰ ਐਮਨਾਬਾਦ ਕਹਿੰਦੇ ਨੇ, ਉੱਥੇ ਬਾਬਰ ਨੇ ਚੜ੍ਹਾਈ ਕੀਤੀ ਸੀ। ਤਾਂ ਬਾਬਰ ਦੀ ਚੜ੍ਹਾਈ ਦੇ ਕਾਰਨ ਜੋ ਐਮਨਾਬਾਦ ਦਾ ਸੈਦਪੁਰ ਦਾ ਹਾਲ ਹੋਇਆ ਸੀ, ਉਹਦੇ ਬਾਰੇ ਇਹਦੇ ਵਿੱਚ ਬਿਆਨ ਕਰ ਰਹੇ ਨੇ। ਇਤਿਹਾਸਿਕ ਘਟਨਾ ਹੈ। ਅਤੇ ਜਦੋਂ ਇਹ ਹਮਲਾ ਕੀਤਾ ਸੀ ਬਾਬਰ ਨੇ, ਤਾਂ ਜਦੋਂ ਉਹਨੇ ਕੈਦੀ ਬਣਾਏ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਉਹ ਕੈਦੀ ਬਣਾ ਕੇ ਲੈ ਗਿਆ ਸੀਗਾ। ਤਾਂ ਕਹਿੰਦੇ ਇੱਕ ਸਮਾਨ ਦੀ ਪੰਡ ਮੇਰੇ ਪਾਤਸ਼ਾਹ ਨੇ ਵੀ ਸਿਰ 'ਤੇ ਚੁੱਕੀ ਸੀ। ਵਾਹਿਗੁਰੂ ਜੀ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਵੀ ਉਹ ਇਸਤਰੀਆਂ ਜਿਨ੍ਹਾਂ ਦੇ ਵੀ ਪੱਟੀਆਂ ਸਿਰ 'ਤੇ ਬਣਾ ਬਣਾ ਕੇ ਮਾਂਗ ਦੇ ਵਿੱਚ ਸੰਧੂਰ ਪਾਏ ਹੋਏ ਸੀ, ਜਦੋਂ ਅਜੇ ਬਾਬਰ ਨੇ ਹਮਲਾ ਨਹੀਂ ਸੀ ਕੀਤਾ। ਅਤੇ ਮਤਲਬ ਵੀ ਇਹ ਜਿਸ ਤਰ੍ਹਾਂ ਕਹਿੰਦੇ ਬੜੀ ਇੱਜ਼ਤ ਨਾਲ ਆਪਣੇ ਘਰਾਂ ਵਿੱਚ ਰਹਿੰਦੀਆਂ ਸੀ। ਤਾਂ ਹੁਣ ਉਹਨਾਂ ਦੇ ਸਿਰ ਤੋਂ ਕਹਿੰਦੇ ਵੀ ਜਿਵੇਂ ਵਾਲ ਪੁੱਟੇ ਜਾਂਦੇ ਨੇ, ਜਦੋਂ ਤੁਰੇ ਜਾਂਦੇ ਨੇ ਤਾਂ ਧੂੜ ਪੈਂਦੀ ਆ, ਜਿਵੇਂ ਘਸੀਟ ਸਾਰਿਆਂ ਨੂੰ ਲਿਜਾਈ ਜਾਂਦੇ ਨੇ, ਹੈ ਨਾ। ਵੀ ਬੜੀ ਮਾੜੀ ਹਾਲਤ ਵਿੱਚ ਲੈ ਕੇ ਜਾਂਦੇ ਨੇ ਜਦੋਂ ਇੱਦਾਂ ਜੰਗ ਹੁੰਦਾ। ਹੁਣ ਆਪਾਂ ਦੇਖਦੇ ਹਾਂ ਯੂਕਰੇਨ ਦਾ ਜਿਹੜਾ ਜੰਗ ਲੱਗਿਆ ਹੋਇਆ, ਕਿਵੇਂ ਇੰਨੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਜਿਹੜੀਆਂ ਪਤਾ ਨਹੀਂ ਕਿੰਨੇ ਕਿੰਨੇ ਸਾਲ ਲਾ ਕੇ ਬਣੀਆਂ ਸੀ, ਅਤੇ ਹੁਣ ਮਿੰਟਾਂ ਸਕਿੰਟਾਂ 'ਚ ਢਹਿ ਢੇਰੀ ਹੋ ਰਹੀਆਂ ਨੇ। ਸਭ ਉਹ ਸੱਚੇ ਪਾਤਸ਼ਾਹ ਦੀ ਕੁਦਰਤ ਆ। ਫਿਰ ਕਹਿੰਦੇ ਜਿਹੜੀਆਂ ਅੱਗੇ ਇਸਤਰੀਆਂ ਮਹਿਲਾਂ ਵਿੱਚ ਰਹਿੰਦੀਆਂ ਸੀ, ਹੁਣ ਉਹਨਾਂ ਨੂੰ ਮਹਿਲਾਂ ਦੇ ਨੇੜੇ ਢੁਕਣਾ ਨਹੀਂ ਮਿਲ ਰਿਹਾ। ਕਹਿੰਦੇ ਉਸ ਪਰਮੇਸ਼ਰ ਨੂੰ ਨਮਸਕਾਰ ਆ। ਕਹਿੰਦੇ ਆਦਿ ਪੁਰਖ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਵੀ ਤੇਰੇ ਕਿਸ ਤਰ੍ਹਾਂ ਦੇ ਕੌਤਕ ਤੂੰ ਰਚਦਾ। ਆਪ ਹੀ ਕਹਿੰਦੇ ਇਹ ਕੌਤਕ ਰਚ ਤੂੰ ਆਪ ਹੀ ਦੇਖ ਰਿਹਾ। ਕਹਿੰਦੇ ਜਦੋਂ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ। ਹੀ ਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ। ਉੱਪਰੋਂ ਪਾਣੀ ਵਾਰੀਐ ਚੱਲੇ ਚਿਮਕਨ ਪਾਸ। ਫਿਰ ਕਹਿੰਦੇ ਜਦੋਂ ਇਹ ਇਸਤਰੀਆਂ ਵਿਆਹ ਕੇ ਆਈਆਂ ਸੀ ਤਾਂ ਆਪਣੇ ਪਤੀ ਦੇ ਨਾਲ ਬੈਠੀਆਂ ਸੋਹਣੀਆਂ ਲੱਗਦੀਆਂ ਸੀ। ਡੋਲੀਆਂ 'ਤੇ ਚੜ੍ਹ ਕੇ ਆਈਆਂ ਸੀ, ਪਾਲਕੀਆਂ 'ਚ। ਦੰਦ ਖੰਡ ਦੇ ਇਹਨਾਂ ਦੇ ਚੂੜੇ ਪਾਏ ਹੋਏ ਸੀ। ਤਾਂ ਇਹਨਾਂ ਦੇ ਸਹੁਰੇ ਘਰਾਂ ਵਾਲਿਆਂ ਨੇ ਬੜੇ ਸ਼ਗਨਾਂ ਦੇ ਨਾਲ ਪਾਣੀ ਵਾਰ ਕੇ ਇਹਨਾਂ ਦੇ ਉੱਪਰੋਂ ਪੀਤੇ। ਇਹਨਾਂ ਦੇ ਹੱਥਾਂ ਵਿੱਚ ਜਿਹੜੇ ਪੱਖੇ ਫੜੇ ਸੀ, ਉਹਨਾਂ ਦੇ ਵਿੱਚ ਸ਼ੀਸ਼ੇ ਲਿਸ਼ਕਦੇ ਸੀ। ਵੀ ਬੜੀ ਠਾਠ ਬਾਠ ਨਾਲ ਰਹਿੰਦੀਆਂ ਸੀਗੀਆਂ। 1 ਲੱਖ ਲਹਿਣ ਬੈਠੀਆਂ ਲੱਖ ਲਹਿਣ ਖੜੀਆਂ। ਗਰੀ ਛੁਹਾਰੇ ਖਾਂਦੀਆਂ ਮਾਣਨ ਸੇਜੜੀਆਂ। 3 ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ। ਕਹਿੰਦੇ ਵੀ ਫਿਰ ਇਹਨਾਂ ਨੂੰ ਸ਼ਗਨਾਂ ਦੇ ਕਹਿੰਦੇ ਲੱਖਾਂ ਲੱਖਾਂ ਰੁਪਈਏ ਚੜ੍ਹਦੇ ਸੀਗੇ। ਗਰੀ ਛੁਹਾਰੇ ਖਾਂਦੀਆਂ ਸੀ, ਸੇਜਾਂ ਮਾਣਦੀਆਂ ਸੀ, ਅਤੇ ਇਹਨਾਂ ਦੇ ਗਲ ਵਿੱਚ ਮੋਤੀਆਂ ਦੇ ਹਾਰ ਸੀ, ਜਿਹੜੇ ਹੁਣ ਅੱਜ ਟੁੱਟ ਗਏ ਨੇ। ਅਤੇ ਹੁਣ ਅੱਜ ਇਹਨਾਂ ਦੇ ਗਲਾਂ ਵਿੱਚ ਵੈਰੀਆਂ ਨੇ ਕਹਿੰਦੇ ਰੱਸੀਆਂ ਪਾਈਆਂ ਹੋਈਆਂ ਨੇ, ਖਿੱਚ ਕੇ ਲਿਜਾ ਰਹੇ ਨੇ। ਧਨ ਜੋਬਨ ਦੋਏ ਵੈਰੀ ਹੋਏ। ਜਿਨੀ ਰੱਖੇ ਰੰਗ ਲਾਏ। ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਏ।
ਕਹਿੰਦੇ ਉਹੀ ਧਨ ਤੇ ਜੋਬਨ ਜਿਨ੍ਹਾਂ ਦੇ ਮਾਣ ਤੇ ਇਹਨਾਂ ਨੇ ਕਦੇ ਪਰਮਾਤਮਾ ਦਾ ਨਾਂ ਨਹੀਂ ਸੀ ਜਪਿਆ, ਕਹਿੰਦੇ ਹੁਣ ਉਹੀ ਇਹਨਾਂ ਦੀ ਜਿੰਦ ਦੇ ਵੈਰੀ ਹੋ ਗਏ ਨੇ। ਕਹਿੰਦੇ ਉਹ ਤਮਾਸ਼ਿਆਂ ਦੇ ਵਿੱਚ ਜਦੋਂ ਜੀਵ ਭੁੱਲ ਜਾਂਦਾ, ਪਰਮੇਸ਼ਰ ਦਾ ਨਾਮ ਨਹੀਂ ਲੈਂਦਾ। ਹੁਣ ਕਹਿੰਦੇ ਜਿਹੜੇ ਬਾਬਰ ਦੇ ਸਿਪਾਹੀ ਨੇ ਉਹ ਇਹਨਾਂ ਦੀ ਇੱਜ਼ਤ ਕਹਿੰਦੇ ਰੋਲ ਕੇ ਇਹਨਾਂ ਨੂੰ ਲਿਜਾਈ ਜਾਂਦੇ ਨੇ। ਕਹਿੰਦੇ ਇਹ ਪਰਮਾਤਮਾ ਦੀ ਰਜ਼ਾ, ਜਦੋਂ ਉਹਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਵਡਿਆਈ ਦਿੰਦਾ, ਜਦੋਂ ਉਹਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਸਜ਼ਾ ਭੁਗਤਣੀ ਪੈਂਦੀ ਆ ਆਪਣੇ ਕਰਮਾਂ ਦੇ ਅਨੁਸਾਰ। ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੈ ਸਜਾਏ, ਅੱਗੋਂ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ, ਸਾਹਾਂ ਸੁਰਤ ਗਵਾਈਆ ਰੰਗ ਤਮਾਸੈ ਚਾਏ, ਬਾਬਰ ਵਾਣੀ ਫਿਰ ਗਈ ਕੋਈ ਨਾ ਰੋਟੀ ਖਾਏ। ਕਹਿੰਦੇ ਜੇ ਪਹਿਲਾਂ ਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕੀਤੀ ਹੋਵੇ ਤਾਂ ਫਿਰ ਕਹਿੰਦੇ ਕਾਹਨੂੰ ਸਜ਼ਾ ਮਿਲੇ। ਕਹਿੰਦੇ ਜਿਹੜੇ ਉਹ ਪਠਾਨ ਸੀ, ਰੰਗ ਤਮਾਸ਼ੇ ਕਰਦੇ ਸੀ, ਆਪਣੇ ਮਹਿਲਾਂ ਵਿੱਚ ਰਹਿੰਦੇ ਸੀ, ਹੁਣ ਕਹਿੰਦੇ ਵੀ ਬਾਬਰ ਆ ਗਿਆ, ਹੁਣ ਕਹਿੰਦੇ ਉਹਦੀ ਚੱਲ ਰਹੀ ਆ। ਹੁਣ ਕਹਿੰਦੇ ਉਹਨਾਂ ਦੇ ਪਠਾਨਾਂ ਦੇ ਸਾਹਿਬਜ਼ਾਦਿਆਂ ਨੂੰ ਰੋਟੀ ਦਾ ਟੁੱਕ ਵੀ ਮੰਗਣਾ ਨਸੀਬ ਨਹੀਂ ਹੈਗਾ, ਵੀ ਦੂਜਿਆਂ ਦੀ ਤਾਂ ਗੱਲ ਹੀ ਛੱਡੋ। ਇੱਕ ਨਾ ਵਖਤ ਖੁਆਈਐ ਇੱਕ ਨਾ ਪੂਜਾ ਜਾਏ, ਚੌਕੇ ਵਿਣ ਹਿਦਵਾਣੀਆਂ ਕਿਉਂ ਟਿੱਕੈ ਕੱਢੈ ਨਾਏ, ਰਾਮ ਨ ਕਬਹੂ ਚੇਤਿਓ ਹੁਣ ਕਹਿਣ ਨ ਮਿਲੈ ਖੁਦਾਏ। ਕਹਿੰਦੇ ਜਿਹੜੇ ਹਿੰਦੂ ਵੀ ਸੀ ਰਹਿੰਦੇ, ਮੁਸਲਮਾਨ ਵੀ ਸੀ ਰਹਿੰਦੇ ਅਮਨਾਬਾਦ ਦੇ ਵਿੱਚ, ਕਹਿੰਦੇ ਉਹਨਾਂ ਨੂੰ ਹੁਣ ਜਿਹੜੇ ਪੂਜਾ ਕਰਦੇ ਸੀ ਉਹਨਾਂ ਨੂੰ ਹੁਣ ਪੂਜਾ ਦਾ ਵਕਤ ਨਹੀਂ ਮਿਲ ਰਿਹਾ, ਜਿਹੜੇ ਨਵਾਜ਼ ਪੜ੍ਹਦੇ ਸੀ ਉਹਨਾਂ ਨੂੰ ਨਵਾਜ਼ ਦਾ ਵਕਤ ਨਹੀਂ ਮਿਲ ਰਿਹਾ। ਕਹਿੰਦੇ ਹੁਣ ਕਹਿੰਦੇ ਜਿਹੜੀਆਂ ਹਿੰਦਵਾਣੀਆਂ ਸੀ ਚੌਕੇ 'ਤੇ ਇਸ਼ਨਾਨ ਕਰਕੇ ਚੜ੍ਹਦੀਆਂ ਸੀ, ਟਿੱਕੇ ਲਾਉਂਦੇ ਸੀ, ਕਹਿੰਦੇ ਉਹ ਸਭ ਕੁਛ ਹੁਣ ਭੁੱਲ ਗਿਆ ਜਦੋਂ ਹੁਣ ਬਾਬਰ ਨੇ ਹਮਲਾ ਕਰ ਦਿੱਤਾ। ਕਹਿੰਦੇ ਜਦੋਂ ਪਹਿਲਾਂ ਰਾਮ ਦਾ ਨਾਂ ਨਹੀਂ ਸੀ ਲਿਆ, ਕਹਿੰਦੇ ਹੁਣ ਖੁਦਾ ਦਾ ਨਾਂ ਲੈਣ ਦਾ ਵੀ ਵਕਤ ਨਹੀਂ ਹੈਗਾ। ਵੀ ਮਤਲਬ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਂ ਪਹਿਲਾਂ ਨਹੀਂ ਲਿਆ, ਹੁਣ ਤਾਂ ਉਹਨਾਂ ਨੂੰ ਕਿੱਥੋਂ ਮਿਲਣਾ ਇਹ ਸਮਾਂ ਭਗਤੀ ਕਰਨ ਦਾ। ਇੱਕ ਘਰ ਆਵੈ ਆਪਣੇ ਇੱਕ ਮਿਲ ਮਿਲ ਪੁੱਛੈ ਸੁਖ, ਇੱਕ ਨਾ ਇਹੋ ਲਿਖਿਆ ਬਹਿ ਬਹਿ ਰੋਵੈ ਦੁੱਖ, ਜੋ ਤਿਸ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ। ਫਿਰ ਕਹਿੰਦੇ ਵੀ ਬਾਬਰ ਦੀ ਕੈਦ ਦੇ ਵਿੱਚੋਂ ਕਈਆਂ ਨੂੰ ਉਹ ਛੱਡਦਾ ਹੋਣਾ ਅਤੇ ਕਈ ਉਹਦੇ ਕੈਦ ਵਿੱਚ ਹੋਣੇ ਨੇ। ਕਹਿੰਦੇ ਫਿਰ ਜਿਹੜੇ ਆ ਜਾਂਦੇ ਨੇ ਫਿਰ ਉਹ ਆ ਕੇ ਆ ਹੋਈ ਬੀਤੀ ਦਾ ਹਾਲ ਚਾਲ ਸੁਣਾਉਂਦੇ ਨੇ। ਜਿਹੜੇ ਤਾਂ ਕਹਿੰਦੇ ਫਿਰ ਆ ਜਾਂਦੇ ਨੇ ਉਹਨਾਂ ਨੂੰ ਕੁਛ ਸੁੱਖ ਦਾ ਸਾਹ ਆਉਂਦਾ, ਜਿਹੜੇ ਕਹਿੰਦੇ ਇਹਦੇ ਨਹੀਂ ਛੱਡੇ ਉਹ ਤਾਂ ਫਿਰ ਕਹਿੰਦੇ ਆਪਣੇ ਨਾਲ ਦਿਆਂ ਨੂੰ ਵਿਛੜਿਆਂ ਹੋਇਆਂ ਨੂੰ ਰੋਂਦੇ ਨੇ। ਫਿਰ ਨਾਨਕ ਜੀ ਕਹਿੰਦੇ ਵੀ ਇਹ ਜੋ ਕੁਛ ਵਾਪਰਦਾ ਹੈ ਇਹ ਜੀਵ ਦੇ ਹੱਥ ਵੱਸ ਦੀ ਖੇਡ ਨਹੀਂ, ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਸਭ ਕੁਝ ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ ਸ੍ਰਿਸ਼ਟੀ ਦੇ ਵਿੱਚ ਵਾਪਰਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ। ਕਹਾਂ ਸੋ ਖੇਲ ਤਬੇਲਾ, ਘੋੜੇ ਕਹਾਂ ਪੇਰੀ ਸਹਿਨਾਈ, ਕਹਾਂ ਸੋ ਤੇਗ ਬੰਦ ਗਾਡੇਰੜ, ਕਹਾਂ ਸੋ ਲਾਲ ਕਵਾਈ, ਕਹਾਂ ਸੋ ਆਰਸੀਆ ਮੂੰਹ ਬੰਕੈ ਐਥੇ ਦਿਸੈ ਨਾਹੀਂ, ਇਹ ਜਗ ਤੇਰਾ ਤੂੰ ਗੋਸਾਈ, ਏਕ ਘੜੀ ਮੈਂ ਥਾਪ ਉਥਾਪੇ, ਜਰ ਵੰਡ ਦੇਵੈ ਪਾਈ ਰਹਾਓ। ਹਾਂਜੀ ਸੰਗਤ ਜੀ, ਇਹ ਬਾਣੀ ਫਿਰ ਜਦੋਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਕਹਿਣ 'ਤੇ ਬਾਬਰ ਨੇ ਛੱਡ ਦਿੱਤਾ ਸੀ, ਉਹਦੇ ਤੋਂ ਬਾਅਦ ਫਿਰ ਜੋ ਹਾਲਤ ਹੋਈ ਸੀ ਐਮਨਾਬਾਦ ਦੀ ਬਾਬਰ ਦੀ ਲੜਾਈ ਤੋਂ ਬਾਅਦ, ਫਿਰ ਉਹਦਾ ਹੁਣ ਬਿਆਨ ਕਰਦੇ ਨੇ। ਸ਼ਾਇਦ ਆਪ ਨੇ ਵੀ ਸੁਣਿਆ ਹੋਵੇ, ਮੈਨੂੰ ਵੀ ਲੱਗਦਾ ਕਿ ਕਿਸੇ ਸ਼ਾਇਦ ਕਥਾ ਦੇ ਵਿੱਚ ਮੈਂ ਸੁਣਿਆ ਇਹ। ਜ਼ਿਆਦਾ ਇਤਿਹਾਸ ਬਾਰੇ ਮੈਨੂੰ ਵੀ ਬਹੁਤਾ ਨਹੀਂ ਪਤਾ ਹੈ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਤਾਂ ਪਰਮਾਤਮਾ ਨੇ ਪ੍ਰੇਮ ਪਾ ਦਿੱਤਾ, ਪਰ ਇਤਿਹਾਸ ਜੋ ਪੜ੍ਹਦਿਆਂ ਸਮੇਂ ਪੜ੍ਹਿਆ ਉਹੀ ਪੜ੍ਹਿਆ, ਉਹਦੇ ਤੋਂ ਬਾਅਦ ਵਿੱਚ ਇਤਿਹਾਸ ਨਹੀਂ ਬਹੁਤਾ ਪੜ੍ਹਿਆ। ਇਹ ਕਥਾ ਸੁਣੀ ਕਿਸੇ ਦੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਕੈਦੀ ਬਣਾ ਕੇ ਲੈ ਗਏ ਸੀ ਨਾ, ਤਾਂ ਸਾਰਿਆਂ ਨੂੰ ਉਹਨੇ ਕਿਹਾ ਸੀ ਚੱਕੀ ਪੀਸਣ ਦੇ ਲਈ,
ਤਾਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਚੱਕੀ ਆ ਨਾ, ਗੁਰੂ ਨਾਨਕ ਪਾਤਸ਼ਾਹ ਬੈਠੇ ਬਾਣੀ ਗਾਉਂਦੇ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੱਕੀ ਆਪਣੇ ਆਪ ਚੱਲਦੀ ਸੀਗੀ। ਤਾਂ ਇਹ ਦੇਖ ਕੇ ਬਾਬਰ ਦੇ ਸਿਪਾਹੀਆਂ ਨੇ ਬਾਬਰ ਦੇ ਕੋਲ ਇਹ ਗੱਲ ਕੀਤੀ ਕਿ ਵੀ ਇੱਕ ਪੀਰ ਆ ਜਿਹੜਾ ਪਹੁੰਚਿਆ ਹੋਇਆ ਲੱਗਦਾ, ਵੀ ਉਹਦੀ ਚੱਕੀ ਇਸ ਤਰ੍ਹਾਂ ਆਪ ਚੱਲ ਰਹੀ ਆ। ਤਾਂ ਜਦੋਂ ਬਾਬਰ ਨੇ ਆ ਕੇ ਦੇਖਿਆ ਤਾਂ ਫਿਰ ਬਾਬਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੈਰੀਂ ਪਿਆ। ਤਾਂ ਫਿਰ ਉਹਨੇ ਕਿਹਾ ਕਿ ਤੁਸੀਂ ਮੈਨੂੰ ਹੁਕਮ ਕਰੋ ਕਿ ਮੈਂ ਕੀ ਕਰਾਂ। ਤਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਹਿਣ 'ਤੇ ਉਹਨੇ ਸਾਰੇ ਕੈਦੀ ਛੱਡ ਦਿੱਤੇ ਸੀ। ਇਹ ਫਿਰ ਉਹਦੇ ਤੋਂ ਬਾਅਦ ਦੀ ਉਚਾਰੀ ਹੋਈ ਬਾਣੀ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਵੀ ਹੁਣ ਉਹ ਸਾਰਾ ਕੁਛ ਸੈਦਪੁਰ ਦਾ, ਐਮਨਾਬਾਦ ਦਾ, ਵੀ ਜਿੱਥੇ ਤਬੇਲੇ ਸੀ, ਘੋੜੇ ਸੀ, ਸ਼ਹਿਨਾਈਆਂ ਵੱਜਦੀਆਂ ਸੀ, ਰੰਗ ਤਮਾਸ਼ੇ ਹੁੰਦੇ ਸੀ, ਬੜੇ ਰੇਸ਼ਮੀ ਕਹਿੰਦੇ ਗਾਤਰੇ ਸੀਗੇ, ਫੌਜੀਆਂ ਦੀਆਂ ਲਾਲ ਵਰਦੀਆਂ ਸੀਗੀਆਂ। ਕਹਿੰਦੇ ਸਭ ਕੁਝ ਕਿੱਥੇ ਚਲੇ ਗਿਆ। ਉਹ ਕਹਿੰਦੇ ਸ਼ੀਸ਼ੇ ਜਿਨ੍ਹਾਂ ਦੇ ਵਿੱਚ ਸੋਹਣੇ ਗੱਭਰੂ ਮੂੰਹ ਦੇਖਦੇ ਸੀ, ਕਹਿੰਦੇ ਨਾ ਹੀ ਤਾਂ ਕਹਿੰਦੇ ਉਹ ਸ਼ੀਸ਼ੇ ਰਹੇ ਨੇ, ਨਾ ਉਹ ਗੱਭਰੂ ਰਹੇ ਨੇ। ਕਹਿੰਦੇ ਹੇ ਪਰਮੇਸ਼ਰ, ਇਹ ਜੱਗ ਤੇਰਾ, ਕਹਿੰਦੇ ਇਹ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਵੀ ਤੇਰਾ ਹੀ ਉਹ ਜਿੱਥੇ ਪਹਿਲ ਅਖਾੜਾ ਹੈ, ਤੂੰ ਇਹਦਾ ਮਾਲਕ ਹੈ ਇਸ ਜੱਗ ਦਾ। ਜੋ ਤੇ ਕੁਛ ਤੈਨੂੰ ਭਾਉਂਦਾ ਹੈ ਉਹੀ ਵਾਪਰਦਾ ਹੈ। ਕਹਿੰਦੇ ਇੱਕ ਘੜੀ ਦੇ ਵਿੱਚ ਤੂੰ ਸ੍ਰਿਸ਼ਟੀ ਦੇ ਵਿੱਚ ਸਭ ਕੁਝ ਪੈਦਾ ਕਰ ਸਕਦਾ ਹੈ, ਇੱਕ ਘੜੀ ਦੇ ਵਿੱਚ ਤੂੰ ਉਹਦਾ ਅੰਤ ਕਰ ਸਕਦਾ ਹੈ। ਫਿਰ ਤੂੰ ਸਾਰੀ ਜਿਹੜੀ ਕਹਿੰਦੇ ਧਨ ਦੌਲਤ ਆ, ਜਿਹਦੀ ਕਮਾਈ ਆ ਉਹਦੇ ਹੱਥ ਨਹੀਂ ਆਈ, ਫਿਰ ਤੂੰ ਇਹ ਵੰਡ ਦਿੰਦਾ ਹੈ। ਜੀਵ ਉਹਨੂੰ ਇਕੱਠੀ ਕਰਨ ਦੇ ਲਈ ਬੜੇ ਪਾਪੜ ਵੇਲਦਾ, ਪਰ ਜਾਣ ਤੋਂ ਬਾਅਦ ਕੀ ਹੁੰਦਾ ਉਹਨੂੰ ਕੁਛ ਪਤਾ ਨਹੀਂ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕਹਾਂ ਸੋ ਘਰ ਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ, ਕਹਾਂ ਸੋ ਸੇਜ ਸੁਖਾਲੀ ਕਾਮਣ, ਜਿਸ ਵੇਖ ਨੀਂਦ ਨਾ ਪਾਈ, ਕਹਾਂ ਸੋ ਪਾਨ ਤੰਬੋਲੀ ਹਰਮਾ, ਹੋਈਆਂ ਸ਼ਾਈ ਮਾਈ। ਕਹਿੰਦੇ ਉਹ ਵੱਡੇ ਵੱਡੇ ਮਹਿਲ ਕਿੱਥੇ ਚਲੇ ਗਏ। ਕਹਿੰਦੇ ਕਿਲੇ, ਸਰਾਵਾਂ ਸਾਰੀਆਂ। ਉਹ ਕਹਿੰਦੇ ਇਸਤਰੀਆਂ ਕਹਿੰਦੇ ਜਿਹੜੀਆਂ ਸੇਜਾਂ 'ਤੇ ਸੋਹਣੀਆਂ ਲੱਗਦੀਆਂ ਸੀ, ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਸੀ ਪੈਂਦੀ। ਕਹਿੰਦੇ ਜਿਹੜੀਆਂ ਪਾਨ ਬਣਾਉਣ ਵਾਲੀਆਂ ਸੀ, ਪਰਦੇ 'ਚ ਰਹਿੰਦੀਆਂ ਸੀ, ਸਭ ਕੁਝ ਕਹਿੰਦੇ ਮਿੱਟੀ ਹੋ ਗਿਆ। ਇਸ ਜਰ ਕਾਰਨ ਘਣੀ ਵਿਗੁੱਤੀ, ਇਨ ਜਰ ਘਣੀ ਖੁਆਈ, ਪਾਪਾਂ ਬਾਝੋਂ ਹੋਵੇ ਨਹੀਂ, ਮੋਇਆਂ ਸਾਥ ਨਾ ਜਾਈ, ਜਿਸਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਕਹਿੰਦੇ ਜਿਹੜੀ ਇਹ ਧਨ ਦੌਲਤ ਆ, ਬਿਨਾਂ ਪਾਪ ਕੀਤਿਆਂ ਇਕੱਠੀ ਨਹੀਂ ਹੁੰਦੀ। ਕਹਿੰਦੇ ਪਹਿਲਾਂ ਤਾਂ ਇਹ ਬਿਨਾਂ ਪਾਪ ਕੀਤਿਆਂ ਇਕੱਠੀ ਨਹੀਂ ਹੁੰਦੀ, ਫਿਰ ਇਕੱਠੀ ਹੋਈ ਹੋਈ ਜੀਵ ਨੂੰ ਖੁਆਰ ਵੀ ਇਹੀ ਕਰਦੀ ਆ। ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ, ਕਹਿੰਦੇ ਵੀ ਨਾਲ ਵੀ ਨਹੀਂ ਜਾਂਦੀ ਹੈਗੀ। ਫਿਰ ਕਹਿੰਦੇ ਵੀ ਜੀਵ ਦੇ ਵੀ ਕੀ ਵਸ, ਜਦੋਂ ਪਰਮੇਸ਼ਰ ਕਿਸੇ ਨੂੰ ਕੁਰਾਹੇ ਪਾਉਣਾ ਚਾਹੇ ਤਾਂ ਉਹਦੇ ਕੋਲੋਂ ਚੰਗਿਆਈ ਪਰਮੇਸ਼ਰ ਆਪ ਹੀ ਲੈ ਲੈਂਦਾ, ਚੰਗਿਆਈ ਉਹਦੀ ਖਤਮ ਹੋ ਜਾਂਦੀ ਆ। ਕੋਟੀ ਹੂੰ ਪੀਰ ਵਰਜ ਰਹਾਏ, ਜਾ ਮੀਰ ਸੁਣਿਆ ਤਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰਲਾਇਆ, ਕੋਈ ਮੁਗਲ ਨਾ ਹੋਵਾ ਅੰਦਾ, ਕਿਨੇ ਨਾ ਪਰਚਾ ਲਾਇਆ। ਕਹਿੰਦੇ ਇੱਥੇ ਐਮਨਾਬਾਦ ਦੇ ਵਿੱਚ ਇੱਕ ਵੱਡਾ ਕਿਲ੍ਹਾ ਸੀ ਪਠਾਣਾਂ ਦਾ। ਤਾਂ ਜਦੋਂ ਪਠਾਣਾਂ ਨੂੰ ਖਬਰ ਹੋਈ ਕਿ ਵੀ ਬਾਬਰ ਚੜ੍ਹ ਕੇ ਆ ਰਿਹਾ, ਤਾਂ ਉਹਨਾਂ ਨੇ ਪੀਰ ਇਕੱਠੇ ਕੀਤੇ, ਵੀ ਜਿਹੜੇ ਪੀਰ ਨੇ ਇਹ ਮਤਲਬ ਕੋਈ ਇਸ ਤਰ੍ਹਾਂ ਦੇ ਆਪਣੇ ਨਵਾਜ਼ਾਂ ਪੜ੍ਹਨਗੇ ਜਾਂ ਕੋਈ ਮੰਤਰ ਪੜ੍ਹਨਗੇ ਕਿ ਬਾਬਰ ਅੰਨਾ ਹੋ ਕੇ ਪਿੱਛੇ ਮੁੜ ਜੂਗਾ।
ਕਹਿੰਦੇ ਇਸ ਤਰ੍ਹਾਂ ਦਾ ਕੁਛ ਨਹੀਂ ਵਾਪਰਿਆ ਹੈਗਾ। ਅਤੇ ਉਹਨਾਂ ਦੇ ਜਿਹੜੇ ਹੈਗੇ ਸੀ ਇਹ ਕਿਲ੍ਹੇ ਵਗੈਰਾ ਸਾਰੇ ਕਹਿੰਦੇ ਇਹ ਸੜ ਕੇ ਤਬਾਹ ਹੋ ਗਏ। ਜਿਹੜੇ ਉਹਨਾਂ ਦੇ ਪਠਾਣਾਂ ਦੇ ਕਹਿੰਦੇ ਸੀਗੇ ਸਾਹਿਬਜ਼ਾਦੇ, ਉਹਨਾਂ ਨੂੰ ਕਹਿੰਦੇ ਟੋਟੇ ਟੋਟੇ ਕਰਕੇ ਉਹਨਾਂ ਨੇ ਮਿੱਟੀ 'ਚ ਰੋਲ ਦਿੱਤਾ। ਕੋਈ ਮੁਗਲ ਅੰਨਾ ਨਹੀਂ ਹੋਇਆ। ਕਹਿੰਦੇ ਕੋਈ ਉਹਨਾਂ ਦੇ ਮੰਤਰ ਪੜ੍ਹਨ ਦਾ ਕਿਸੇ 'ਤੇ ਕੋਈ ਕਹਿੰਦੇ ਇੱਦਾਂ ਜਾਦੂ ਨਹੀਂ ਚੱਲਿਆ ਹੈਗਾ ਮੁਗਲਾਂ 'ਤੇ। ਮੁਗਲ ਪਠਾਣਾ ਪਈ ਲੜਾਈ, ਰਣ ਮਹਿ ਤੇਗ ਵਗਾਈ। ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਜਿਨ ਕੀ ਚੀਰੀ ਦਰ ਗਏ ਫਾਟੀ, ਤਿੰਨਾ ਮਰਨਾ ਪਾਈ। ਜਿਹੜੇ ਪਠਾਨ ਸੀ ਇਹਨਾਂ ਕੋਲ ਤੇ ਹਥਿਆਰਾਂ ਵਾਲੇ, ਜਿਹੜੇ ਹੱਥ ਵਿੱਚ ਫੜ ਕੇ ਚਲਾਉਣ ਵਾਲੇ ਹਥਿਆਰ ਉਹੀ ਸੀ ਬਹੁਤੇ, ਪਰ ਜਿਹੜੇ ਮੁਗਲ ਸੀ ਉਹਨਾਂ ਕੋਲ ਬੰਦੂਕਾਂ ਵਗੈਰਾ ਸੀਗੀਆਂ। ਕਹਿੰਦੇ ਜਿਹੜੇ ਵੀ ਪਠਾਨ ਸੀ ਇਹਨਾਂ ਨੇ ਫਿਰ ਆਪਣੇ ਹਾਥੀਆਂ 'ਤੇ ਚੜ੍ਹ ਕੇ ਲੜਾਈ ਕੀਤੀ। ਜਿਹੜੇ ਬਾਬਰ ਦੇ ਸੀਗੇ ਮੁਗਲ, ਉਹਨਾਂ ਕੋਲ ਬੰਦੂਕਾਂ ਸੀ, ਉਹ ਫਿਰ ਦੂਰੋਂ ਵੀ ਚਲਾਉਂਦੇ ਸੀਗੇ, ਇਸ ਕਰਕੇ ਫਿਰ ਉਹਨਾਂ ਦਾ ਜਿੱਦਾਂ ਪਲੜਾ ਜ਼ਿਆਦਾ ਭਾਰੀ ਸੀਗਾ। ਫਿਰ ਕਹਿੰਦੇ ਵੀ ਅੰਤ ਨੂੰ ਤਾਂ ਇਹੀ ਆ ਵੀ ਜਿਨ੍ਹਾਂ ਦੀ ਸਵਾਸ ਪੂਰੇ ਹੋ ਗਏ ਉਹਨਾਂ ਨੇ ਫਿਰ ਕਹਿੰਦੇ ਮਰਨਾ ਹੀ ਸੀਗਾ। ਜਿਹਦੀ ਲਿਖੀ ਸੀ ਵੀ ਉਹਨੇ ਜਾਣਾ ਹੀ ਸੀ। ਕਹਿੰਦੇ ਇੱਕ ਹਿੰਦਵਾਣੀ ਅਵਰ ਤੁਰਕਾਣੀ, ਪਟਿਆਣੀ ਠਕਰਾਣੀ। ਇੱਕ ਨਾ ਪੇਰਣ ਸਿਰ ਖੁਰ ਪਾਟੇ, ਇੱਕ ਨਾ ਵਾਸ ਮਸਾਣੀ। ਜਿਨ ਕੇ ਬਾਂਕੇ ਘਰੀ ਨ ਆਇਆ, ਤਿਨ ਕਿਉਂ ਰਹਿਣ ਵਿਹਾਣੀ। ਕਹਿੰਦੇ ਕਈ ਇਸਤਰੀਆਂ ਹਿੰਦੂਆਂ ਦੀਆਂ ਸੀਗੀਆਂ, ਕਈ ਮੁਸਲਮਾਨਾਂ ਦੀਆਂ ਸੀ, ਕਈ ਭੱਟਾਂ ਦੀਆਂ ਸੀ, ਕਈ ਠਾਕੁਰਾਂ ਦੀਆਂ ਸੀ। ਕਹਿੰਦੇ ਸਾਰੀਆਂ ਦੇ ਜਿਵੇਂ ਮਤਲਬ ਕੱਪੜੇ ਉਹਨਾਂ ਨੇ ਕਈਆਂ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਫਟ ਗਏ। ਕਹਿੰਦੇ ਕਈਆਂ ਦਾ ਮਸਾਣਾ ਵਿੱਚ ਵਾਸਾ ਹੋ ਗਿਆ, ਵੀ ਕਈਆਂ ਵਿਚਾਰੀਆਂ ਰਸਤਿਆਂ 'ਚ ਮਰ ਗਈਆਂ। ਫਿਰ ਜਿਨ੍ਹਾਂ ਦੇ ਕਹਿੰਦੇ ਪਤੀ ਘਰ ਵਾਪਸ ਨਹੀਂ ਆਏ, ਕਹਿੰਦੇ ਉਹਨਾਂ ਲਈ ਕਹਿੰਦੇ ਦੇਖ ਲਓ ਫਿਰ ਜ਼ਿੰਦਗੀ ਰੂਪੀ ਜਿਹੜੀ ਇਹ ਰਾਤ ਸੀ ਵੀ ਉਹ ਕਿਵੇਂ ਕੱਟਣੀ ਸੀਗੀ। ਜਦੋਂ ਘਰ ਦਾ ਜੀ ਮਤਲਬ ਕੋਈ ਇੱਕ ਨਹੀਂ ਆਉਂਦਾ ਜਾਂ ਪਰਮਾਤਮਾ ਨੂੰ ਪਿਆਰਾ ਹੋ ਗਿਆ, ਫਿਰ ਪਤਾ ਹੀ ਆਪਾਂ ਨੂੰ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ। ਵਾਹਿਗੁਰੂ ਜੀ। ਆਪੇ ਕਰੇ ਕਰਾਏ ਕਰਤਾ, ਕਿਸਨੋਂ ਆਖ ਸੁਣਾਈਐ। ਦੁੱਖ ਸੁੱਖ ਤੇਰੇ ਭਾਣੈ ਹੋਵੈ, ਕਿਸ ਥੈ ਜਾਏ ਰੁਆਈਐ। ਹੁਕਮੀ ਹੁਕਮ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ। ਫਿਰ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਵੀ ਜੋ ਦੁੱਖ ਸੁੱਖ ਹੈ ਉਹ ਪਰਮਾਤਮਾ ਵੱਲੋਂ ਹੀ ਮਿਲਦਾ। ਫਿਰ ਜੀਵ ਆਪਣੇ ਦੁੱਖ ਦਾ ਕਿਹਦੇ ਕੋਲ ਇਜ਼ਹਾਰ ਕਰੇ, ਉਸ ਪਰਮਾਤਮਾ ਕੋਲ ਹੀ ਕਰਨਾ ਹੋਇਆ ਨਾ। ਕਹਿੰਦੇ ਜਿਹੜਾ ਇਹ ਦੁੱਖ ਸੁੱਖ ਆ ਇਹ ਪਰਮੇਸ਼ਰ ਦੀ ਰਜ਼ਾ ਦੇ ਅਨੁਸਾਰ ਹੀ ਜੀਵ ਨੂੰ ਮਿਲਦਾ। ਅਤੇ ਤਦੇ ਹੀ ਕਹਿੰਦੇ ਨੇ ਨਾ ਕਿ ਜੀਵ ਫਿਰ ਜਿਹੜਾ ਦੁੱਖ ਸੁੱਖ ਨੂੰ ਬਰਾਬਰ ਸਮਝ ਲੈਂਦਾ, ਫਿਰ ਉਹਦੀ ਰਜ਼ਾ ਨੂੰ ਮਿੱਠੀ ਕਰਕੇ ਮੰਨ ਲੈਂਦਾ। ਪਰ ਇਹ ਰਜ਼ਾ ਵੀ ਜਿਹਨੂੰ ਉਹ ਮਨਵਾਏ ਉਹੀ ਮੰਨ ਸਕਦਾ। ਉਹਦਾ ਭਾਣਾ ਮਿੱਠਾ ਵੀ ਉਹਨੂੰ ਹੀ ਲੱਗਦਾ ਜਦੋਂ ਉਹਦੀ ਕਿਰਪਾ ਹੁੰਦੀ ਆ। ਕਹਿੰਦੇ ਸਭ ਕੁਛ ਉਸ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹੀ ਸ੍ਰਿਸ਼ਟੀ ਦੇ ਵਿੱਚ ਹੁੰਦਾ ਹੈ। ਪਰਮੇਸ਼ਰ ਆਪਣੇ ਹੁਕਮ ਦੇ ਨਾਲ ਸੰਤੁਸ਼ਟ ਹੈ, ਕਿਉਂਕਿ ਕਹਿੰਦੇ ਜਿਹੜੇ ਜੀਵ ਨੇ, ਨਾਨਕ ਜੀ ਕਹਿੰਦੇ ਨੇ, ਆਪਣੇ ਕਰਮਾਂ ਦੇ ਅਨੁਸਾਰ ਹੀ ਆਪਣਾ ਲੇਖਾ ਪਾਉਂਦੇ ਨੇ। ਜੋ ਕੁਛ ਉਹਨਾਂ ਦੇ ਜੀਵਨ ਦੇ ਵਿੱਚ ਵਰਤਦਾ, ਉਹਨਾਂ ਨੇ ਜਿਹੋ ਜਿਹੇ ਕਰਮ ਕੀਤੇ ਨੇ, ਜਿਹੋ ਜਿਹੀ ਨਾਮ ਦੀ ਕਮਾਈ ਉਹਨਾਂ ਨੇ ਨਹੀਂ ਕੀਤੀ, ਉਸ ਕਰਕੇ ਜੋ ਉਹਨਾਂ ਨੂੰ ਭੁਗਤਣਾ ਪੈਂਦਾ ਉਹ ਲੇਖਾ ਫਿਰ ਉਹਨਾਂ ਨੂੰ ਭੁਗਤਣਾ ਪੈਂਦਾ। ਜਿਨ੍ਹਾਂ ਦੇ ਨਾਮ ਦੀ ਕਮਾਈ ਕੀਤੀ ਆ ਉਹਦਾ ਤਾਂ ਫਿਰ ਇੱਕ ਜਗ੍ਹਾ 'ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਨਾ ਵੀ ਉਹਨਾਂ ਦੇ ਤਾਂ ਫਿਰ ਜਿਹੜੇ ਲੇਖੇ ਦੇ ਕਾਗਜ਼ ਨੇ ਉਹ ਪਾਟੇ ਜਾਂਦੇ ਨੇ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਲਈ ਹੁੰਦੀ ਆ। ਕਹਿੰਦੇ ਵੀ ਆਪਣੇ ਕਰਮਾਂ ਦੇ ਅਨੁਸਾਰ ਹੀ ਜੀਵ ਲੇਖਾ ਭੁਗਤਦੇ ਨੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।